हेलो एवरीवन। मैं ਅੱਜ ਤੁਹਾਡੀ ਪੀਪਲ ਟੀਚਰ ਹਾਂ ਤੇ ਮੈਂ 9th ਕਲਾਸ ਦੇ ਸਟੂਡੈਂਟਸ ਨੂੰ ਟੀਚ ਕਰਨਾ ਹੈਗਾ ਹੈ। ਮੇਰਾ ਜੋ ਟੌਪਿਕ ਹੈਗਾ 9th ਕਲਾਸ ਦਾ ਟੌਪਿਕ ਹੈਗਾ ਆ। ਅੱਜ ਅਸੀਂ ਜਿਹੜਾ ਟੌਪਿਕ ਕਰਨਾ ਹੈਗਾ ਆ ਉਹਦੇ ਲਈ ਆਪਾਂ ਪਹਿਲਾਂ ਥੋੜੀ ਰਿਕਾਲ ਕਰ ਲੈਂਦੇ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਸੀਗਾ ਕਿ ਮੋਲੀਕਿਊਲਸ ਕੀ ਹੁੰਦੇ ਆ। ਮੋਲੀਕਿਊਲਸ ਜੋ ਹੁੰਦੇ ਹੈਗੇ ਗਰੁੱਪ ਆਫ ਐਟਮਸ ਹੁੰਦੇ ਆ ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਐਟਮਸ ਹੁੰਦੇ ਆ ਤੇ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਐਟਮਸ ਕੰਬਾਈਨ ਹੁੰਦੇ ਹੈਗੇ ਆ ਕਿਸੇ ਵੀ ਅਟਰੈਕਸ਼ਨ ਆਫ ਫੋਰਸ ਦੇ ਨਾਲ ਜੁੜਦੇ ਹੈਗੇ ਆ ਉਸ ਵੇਲੇ ਉਹ ਇੱਕ ਮੋਲੀਕਿਊਲ ਤਿਆਰ ਕਰਦੇ ਆ। ਤੇ ਡੈਲਟਨਸ ਐਟੋਮਿਕ ਥਿਊਰੀ ਦੇ ਅਕੋਰਡਿੰਗ ਸਾਨੂੰ ਇਹ ਵੀ ਪਤਾ ਸੀਗਾ ਕਿ ਜਿਹੜੇ ਐਟਮਸ ਹੁੰਦੇ ਹੈਗੇ ਉਹ ਕਿਸੇ ਵੀ ਮੈਟਰ ਦੇ ਛੋਟੇ ਛੋਟੇ ਪਾਰਟੀਕਲਸ ਹੁੰਦੇ ਆ ਤੇ ਹਰ ਮੈਟਰ ਦਾ ਕੀ ਹੁੰਦਾ ਹੈਗਾ ਇੱਕ ਮਾਸ ਹੁੰਦਾ ਹੈਗਾ ਆ ਤੇ ਉਸੇ ਤਰ੍ਹਾਂ ਹੀ ਮੈਟਰ ਦੇ ਜੋ ਪਾਰਟੀਕਲਸ ਹੁੰਦੇ ਆ ਉਹਨਾਂ ਜੋ ਵੀ ਐਟਮਸ ਹੁੰਦੇ ਹੈਗੇ ਉਹਨਾਂ ਦਾ ਵੀ ਇੱਕ ਮਾਸ ਹੁੰਦਾ ਹੈਗਾ ਤੇ ਉਹਨਾਂ ਹੀ ਐਟਮਸ ਦੇ ਜੋ ਮਾਸ ਹੁੰਦੇ ਹੈਗੇ ਉਹਨਾਂ ਨੂੰ ਕਿਹਾ ਜਾਂਦਾ ਐਟੋਮਿਕ ਮਾਸ। ਇਹ ਸਭ ਅਸੀਂ ਪਿੱਛੇ ਪੜ੍ਹਿਆ ਸੀਗਾ। ਠੀਕ ਹੈ, ਹੁਣ ਅਸੀਂ ਕਰਨਾ ਆ ਅੱਜ ਦਾ ਟੌਪਿਕ ਮੋਲੀਕੂਲਰ ਮਾਸ ਐਂਡ ਦੀ ਮੋਲ ਕਨਸੈਪਟ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮੋਲੀਕੂਲਰ ਮਾਸ। ਮੋਲੀਕੂਲਰ ਮਾਸ ਜੋ ਹੁੰਦਾ ਹੈਗਾ ਆ ਉਹ ਦੋ ਚੀਜ਼ਾਂ ਨੂੰ ਕੰਬਾਈਨ ਕਰਕੇ ਬਣਿਆ ਹੋਇਆ ਹੈ। ਪਹਿਲਾ ਤਾਂ ਆ ਗਿਆ ਹੈਗਾ ਮੋਲੀਕੂਲ ਪਲੱਸ ਮਾਸ। ਮੋਲੀਕੂਲ ਦਾ ਸਾਨੂੰ ਪਤਾ ਹੀ ਹੈ ਕਿ ਮੋਲੀਕੂਲ ਕੀ ਹੁੰਦਾ ਹੈ। ਮੋਲੀਕੂਲ ਹੁੰਦਾ ਹੈ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਐਟਮਸ ਕੰਬਾਈਨ ਹੋ ਜਾਂਦੇ ਆ ਉਹ ਕੰਬਾਈਨ ਹੋ ਕੇ ਇੱਕ ਮੋਲੀਕੂਲ ਤਿਆਰ ਕਰਦੇ ਆ। ਤੇ ਮਾਸ ਉਹ ਜਿਹੜਾ ਵੀ ਉਹਨਾਂ ਦਾ weight ਹੁੰਦਾ ਹੈਗਾ ਇੱਕ ਤਰ੍ਹਾਂ ਦਾ, ਚਾਹੇ ਉਹ ਗ੍ਰਾਮ ਦੇ ਵਿੱਚ ਹੁੰਦਾ ਹੈਗਾ ਚਾਹੇ ਮਿਲੀਗ੍ਰਾਮ ਚ ਹੁੰਦਾ ਹੈ ਕਿਲੋਗ੍ਰਾਮ ਦੇ ਵਿੱਚ ਹੁੰਦਾ ਹੈਗਾ ਆ, ਉਹ ਕੁਛ ਨਾ ਕੁਛ ਮਾਸ ਆਕੂਪਾਈ ਕਰਦੇ ਆ। ਸੋ ਜਦੋਂ ਕਿਸੇ ਵੀ ਮੋਲੀਕੂਲ ਦਾ ਅਸੀਂ ਮਾਸ ਕੈਲਕੂਲੇਟ ਕਰਨਾ ਹੁੰਦਾ ਹੈ ਜਾਂ ਦੇਖਣਾ ਹੁੰਦਾ ਹੈ ਉਹ ਕਿਹਾ ਜਾਂਦਾ ਹੈਗਾ ਆ ਮੋਲੀਕੂਲਰ ਮਾਸ। ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਕਰਦੇ ਹਾਂ ਮੋਲੀਕੂਲਰ ਮਾਸ ਹੁੰਦਾ ਕੀ ਹੈ। ਮੋਲੀਕੂਲਰ ਮਾਸ ਦੀ ਡੈਫੀਨੇਸ਼ਨ ਆਪਾਂ ਪਹਿਲੇ ਕਰ ਲੈਂਦੇ ਹਾਂ। ਮੋਲੀਕੂਲਰ ਮਾਸ ਹੁੰਦਾ ਕੀ ਹੈ। ਮੋਲੀਕੂਲਰ ਮਾਸ ਜੋ ਹੁੰਦਾ ਹੈਗਾ ਆ ਮੋਲੀਕੂਲ ਦੇ ਵਿੱਚ ਜਿੰਨੇ ਵੀ ਐਟਮਸ ਪ੍ਰੈਜ਼ੈਂਟ ਹੁੰਦੇ ਆ ਚਾਹੇ ਉਹ ਦੋ ਆ ਚਾਹੇ ਉਹ ਦੋ ਤੋਂ ਜ਼ਿਆਦਾ ਹੈਗੇ ਆ ਸਾਰਿਆਂ ਦੇ ਜਿੰਨੇ ਵੀ ਐਟੋਮਿਕ ਮਾਸਸ ਹੁੰਦੇ ਹੈਗੇ ਉਹਨਾਂ ਸਾਰਿਆਂ ਦਾ ਸਮ ਹੁੰਦਾ ਹੈ। ਸੋ ਮੋਲੀਕੂਲਰ ਮਾਸ ਕੀ ਹੁੰਦਾ ਆ, ਇਟ ਇਜ਼ ਦੀ ਸਮ of atomic masses of all the atoms in a molecule। सो ये आ गया कि एक मॉलिक्यूल ਦੇ ਵਿੱਚ ਜਿੰਨੇ ਵੀ ਐਟਮਸ ਹੁੰਦੇ ਆ ਸਾਰੇ ਦੇ ਸਾਰੇ ਐਟਮਸ ਦੇ ਜੋ ਵੀ ਐਟੋਮਿਕ ਮਾਸਸ ਹੁੰਦੇ ਆ ਉਹਨਾਂ ਸਾਰਿਆਂ ਦਾ ਇੱਕ ਹੁੰਦਾ ਆ ਸਮ। ਇਹਨੂੰ ਅਸੀਂ ਅੱਗੇ ਇੱਕ ਐਗਜ਼ਾਮਪਲ ਨਾਲ ਕਰਦੇ ਹਾਂ। ਫॉर एग्जांपल मैं एक मॉलिक्यूल ले लिया वाटर मॉलिक्यूल ले लिया मैं H2O। ਇਹਦੇ ਜਿਹੜੇ ਕੰਬਾਈਨਿੰग ਐਲੀਮੈਂਟਸ ਹੈਗੇ ਇੱਕ ਹੈਗਾ ਹਾਈਡਰੋਜਨ ਤੇ ਦੂਸਰਾ ਹੈਗਾ ਆਕਸੀਜਨ। ਠੀਕ ਹੈ, ਹੁਣ ਹਾਈਡਰੋਜਨ ਤੇ ਆਕਸੀਜਨ ਦੇ ਜਿਹੜੇ ਹੁੰਦੇ ਹੈਗੇ ਐਟੋਮਿਕ ਮਾਸਸ ਹੁੰਦੇ ਆ। ਹਾਈਡਰੋਜਨ ਦਾ ਐਟੋਮਿਕ ਮਾਸ ਹੁੰਦਾ ਹੈਗਾ 1 ਗ੍ਰਾਮ ਤੇ ਉਸੇ ਤਰ੍ਹਾਂ ਆਕਸੀਜਨ ਦਾ ਜਿਹੜਾ ਹੁੰਦਾ ਹੈ ਉਹ ਉਹਦਾ ਐਟੋਮਿਕ ਮਾਸ ਹੁੰਦਾ ਹੈਗਾ 16 ਗ੍ਰਾਮ। ਹੁਣ ਜੇ ਅਸੀਂ ਇਹਦਾ ਮੋਲੀਕੂਲਰ ਮਾਸ ਕੈਲਕੂਲੇਟ ਕਰਨਾ ਹੈਗਾ ਉਹਦੇ ਲਈ ਮੈਨੂੰ ਕੀ ਕਰਨਾ ਪੈਣਾ ਹੈਗਾ ਕਿ ਜੋ ਵੀ ਐਟੋਮਿਕ ਮਾਸ ਹੈਗਾ ਆ ਹਾਈਡਰੋਜਨ ਦਾ प्लस करना पैना जो भी एटॉमिक मास हैगा ऑक्सीजन का। ਹੁਣ ਇਹਦੇ ਵਿੱਚ ਜਦੋਂ ਵੀ ਅਸੀਂ ਕੈਲਕੂਲੇਟ ਕਰਦੇ ਹਾਂ ਅਸੀਂ ਨੰਬਰ ਆਫ ਮੋਲਸ ਦਾ ਧਿਆਨ ਰੱਖਦੇ ਕਿ ਇੱਥੇ ਐਟਮਸ ਕਿੰਨੇ ਹੈਗੇ ਹਾਈਡਰੋਜਨ ਦੇ 2 ਹੈਗੇ ਸੋ ਸਾਡੇ ਜੋ ਐਟੋਮਿਕ ਮਾਸ ਹੋਣਾ ਹਾਈਡਰੋਜਨ ਦਾ ਉਹ ਮਲਟੀਪਲਾਈ ਹੋ ਜਾਣਾ 2 ਦੇ ਨਾਲ। ਸੋ ਇਹਦੇ ਨਾਲ ਹੀ ਜੇ ਅਸੀਂ ਦੇਖਿਆ ਜਾਵੇ ਤਾਂ ਜਿਹੜਾ ਵਾਟਰ ਮੋਲੀਕੂਲ ਹੋਣਾ ਹੈਗਾ ਉਹਦੇ ਹਾਈਡਰੋਜਨ ਦਾ ਜਿਹੜਾ ਸੀਗਾ ਮਾਸ ਸੀਗਾ 1 ਗ੍ਰਾਮ ਦਾ ਜਾਂ ਜਿਹਨੂੰ ਅਸੀਂ ਜਨਰਲੀ ਯੂ ਨਾਲ ਵੀ ਡਿਨੋਟ ਕਰਦੇ ਹੈਗੇ ਜੋ ਐਟੋਮਿਕ ਮਾਸ ਯੂਨਿਟ ਦੀ ਵੈਲਿਊ ਹੁੰਦੀ ਹੈਗੀ ਆ। ਠੀਕ ਆ, ਤੇ ਉਸੇ ਤਰ੍ਹਾਂ ਹੀ ਅਸੀਂ ਆਕਸੀਜਨ ਦਾ ਲੈਂਦੇ ਹੈਗੇ ਉਹ ਆ ਜਾਂਦਾ ਹੈਗਾ 16 ਯੂ। ਤਾਂ ਇਹ ਕਿਹਾ ਕਿ 2 ਏਕਮ 2 ਹੋ ਗਏ 2 ਜਮਾ 16 ਟੋਟਲ ਕਿੰਨਾ ਹੋ ਗਿਆ 18 ਯੂ ਇੰਨਾ ਹੋ ਗਿਆ। ਦੈਨ ਅਸੀਂ ਇੱਕ ਫਰਦਰ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ HNO3 ਦੀ ਲੈ। ਠੀਕ ਆ, ਇਹਦੇ ਜਿਹੜੇ ਕੰਬਾਈਨਿੰਗ ਐਲੀਮੈਂਟਸ ਆ ਗਏ ਇੱਕ ਆ ਗਿਆ ਹਾਈਡਰੋਜਨ दूसरा आ गया नाइट्रोजन देन थर्ड वन आ गया ऑक्सीजन। ठीक, ਹੁਣ ਇਹਦਾ ਜਿਹੜਾ ਅਸੀਂ ਮੋਲੀਕੂਲਰ ਮਾਸ ਕੈਲਕੂਲੇਟ ਕਰਨਾ ਹੈਗਾ ਆ HNO3 ਦਾ ਤਾਂ ਸਾਨੂੰ ਕੀ ਦੇਖਣਾ ਪੈਣਾ ਹੈਗਾ ਪਹਿਲਾ ਐਟੋਮਿਕ ਮਾਸ ਆਇਆ ਹਾਈਡਰੋਜਨ ਦਾ
ਕੰਬਾਈਨਿੰਗ ਐਲੀਮੈਂਟ ਸੀਗੇ ਤੇ ਤਿੰਨਾਂ ਦੇ ਜਿਹੜੇ ਵੀ ਐਟੋਮਿਕ ਮਾਸਸ ਹੋਣੇ ਆ ਤਿੰਨੋਂ ਐਡ ਹੋਣੇ ਹੈਗੇ ਆ। ਹੁਣ ਇਹ ਧਿਆਨ ਰੱਖਣਾ ਹੈਗਾ ਇਹਨਾਂ ਦੇ ਵਿੱਚ ਨੰਬਰ ਆਫ ਐਟਮਸ ਕਿੰਨੇ ਹੈਗੇ ਆ। ਸਭ ਤੋਂ ਪਹਿਲਾਂ ਆਉਂਦਾ ਐਟੋਮਿਕ ਮਾਸ ਆਫ ਹਾਈਡਰੋਜਨ, ਤੇ ਇੱਥੇ ਹੁਣ ਸਾਡੇ ਕੋਲ ਇੱਕ ਹਾਈਡਰੋਜਨ ਹੈ ਤਾਂ ਉਹਦਾ ਜਿਹੜਾ ਮਾਸ ਆ ਗਿਆ 1 U ਦਾ ਆ ਗਿਆ, ਜੋ ਕਿ ਸਾਡੀ ਮਾਸ ਯੂਨਿਟ ਹੈਗੀ ਆ। प्लस नैक्सट आंदा है एटॉमिक मास ऑफ नाइट्रोजन आ गया। नाइट्रोजन का जो एटॉमिक मास होंदा है वो होंदा है 14। हुण इत्थे नंबर ऑफ एटम्स एक हैगा है, इस करके इहदा एक ही रहना है 14। हुण अगे आगे ऑक्सीजन दी गल। हुण इत्थे ऑक्सीजन दे नंबर ऑफ एटम्स हैगे 3, ठीक है। सो साडा जिहड़ा हैगा जो भी वैल्यू आनी कितना मल्टीप्लाई होनी 3 ना। सो अगे ऑक्सीजन का जो भी एटॉमिक मास होंदा वो होंदा 16U। सो इहनू सॉल्व जदों असीं करांगे 1 + 14 16 3 सा 48। ਹੁਣ ਇਹਨੂੰ ਐਡ ਕਰਕੇ ਸਭ ਤੋਂ ਕੀ ਆ ਜਾਣਾ ਹੈਗਾ ਆ 63 U ਆ ਗਿਆ। ਆਈ ਹੋਪ ਤੁਹਾਨੂੰ ਮੋਲੀਕੂਲਰ ਮਾਸ ਕੀ ਹੁੰਦਾ ਹੈਗਾ ਤੇ ਉਹਨੂੰ ਕਿੱਦਾਂ ਕੈਲਕੂਲੇਟ ਕਰੀਦਾ ਹੈਗਾ ਆ ਉਹ ਤੁਹਾਨੂੰ ਸਮਝ ਆ ਗਿਆ ਹੋਊਗਾ। ਫਰਦਰ ਤੁਸੀਂ ਇਸੇ ਤਰ੍ਹਾਂ ਦੇ ਐਗਜ਼ਾਮਪਲਸ ਅੱਗੇ ਹੋਰ ਲੈ ਸਕਦੇ ਹੈਗੇ ਆ ਤੇ ਕਿਸੇ ਵੀ ਮੋਲੀਕੂਲ ਦਾ ਮੋਲੀਕੂਲਰ ਮਾਸ ਕੈਲਕੂਲੇਟ ਕਰ ਸਕਦੇ ਹਾਂ। ਨੈਕਸਟ ਅਸੀਂ ਕਰਦੇ ਹਾਂ ਫਾਰਮੂਲਾ ਯੂਨਿਟ ਮਾਸ, जो कि मैं तुम्हें एक चार्ट के उत्ते कराऊंगी। अब पढ़ते हैं फॉर्मूला यूनिट मास। सब तो पहले आप डेफिनेशन देख लेते हैं कि फॉर्मूला मास यूनिट हुंदा की हैगा। फॉर्मूला मास यूनिट जो हुंदा किसी भी सबस्टांस दा वो सम हुंदा हैगा या जिन्ने भी एटम्स उस सबस्टांस दे विच प्रेजेंट हुंदे हैगे आ उन्हां दे एटॉमिक मासेस दा सम हुंदा ते वो एटॉमिक मास किस फॉर्म च हुंदा है फॉर्मूला यूनिट दी फॉर्म च हुंदा हैगा। ते ਅਸੀਂ ਜਿਹੜਾ ਵੀ ਫਾਰਮੂਲਾ ਯੂਨਿਟ ਲੈਣਾ ਹੈਗਾ ਆ ਉਹ ਕਿਹਦਾ ਲੈਣਾ ਹੈ ਕੰਪਾਊਂਡ ਦਾ। ਇਹਦੀ ਜਿਹੜੀ ਹੈਗੀ ਸਿਮਿਲੈਰਿਟੀ ਮੋਲੀਕੂਲਰ ਮਾਸ ਦੀ ਤਰ੍ਹਾਂ ਹੀ ਹੈਗੀ ਆ, ਬਟ ਫਰਕ ਕੀ ਹੈਗਾ ਕਿ ਅਸੀਂ ਮੋਲੀਕੂਲਰ ਮਾਸ ਦੇ ਵਿੱਚ ਅਸੀਂ ਇੱਕ ਮੋਲੀਕਿਊਲ ਦੇ ਵਿੱਚ ਲਿਖਦੇ ਹੈਗੇ ਕਿ ਉਹਦੇ 'ਚ ਜਿੰਨੇ ਐਟਮਸ ਹੈਗੇ ਆ ਉਹਨਾਂ ਦੇ ਜੋ ਵੀ ਐਟੋਮਿਕ ਮਾਸਸ ਹੈਗੇ ਆ ਉਹਨਾਂ ਸਾਰਿਆਂ ਦਾ ਟੋਟਲ ਹੁੰਦਾ ਹੈਗਾ। ਲੇਕਿਨ ਅਸੀਂ ਜਦੋਂ ਫਾਰਮੂਲਾ ਯੂਨਿਟ ਮਾਸ ਦੀ ਗੱਲ ਕਰਦੇ ਆ ਉਹਦੇ ਵਿੱਚ ਅਸੀਂ ਲੈਂਦੇ ਆ ਕੰਪਾਊਂਡ, ਤੇ ਕੰਪਾਊਂਡ ਦੇ ਵਿੱਚ ਜਿੰਨੇ ਵੀ ਐਟਮਸ ਪ੍ਰੈਜ਼ੈਂਟ ਹੁੰਦੇ ਹੈਗੇ ਜੋ ਵੀ ਮੋਲੀਕਿਊਲ ਜਾਂ ਐਲੀਮੈਂਟ ਜਾਂ ਸਬਸਟੈਂਸਸ ਪ੍ਰੈਜ਼ੈਂਟ ਹੁੰਦੇ ਹੈਗੇ ਉਹ ਸਾਰੇ ਕੰਬਾਈਨ ਹੋ ਜਾਂਦੇ ਆ, ਉਹਨਾਂ ਸਾਰਿਆਂ ਦਾ ਐਟੋਮਿਕ ਮਾਸਸ ਦਾ ਸਮ ਹੁੰਦਾ ਕਿਸ ਫਾਰਮ ਦੇ ਵਿੱਚ ਹੁੰਦਾ ਆ ਫਾਰਮੂਲਾ ਯੂਨਿਟ ਦੀ ਫਾਰਮ ਦੇ ਵਿੱਚ ਹੁੰਦਾ। ਐਗਜ਼ਾਮਪਲ ਦੇ ਤੌਰ ਤੇ ਅਸੀਂ ਫਾਰਮੂਲਾ ਯੂਨਿਟ ਮਾਸ ਜਿਹੜਾ ਹੈਗਾ ਕੈਲਕੂਲੇਟ ਕਰਨਾ ਹੈਗਾ, ਠੀਕ ਆ। ਜਿਹੜਾ ਫਾਰਮੂਲਾ ਯੂਨਿਟ ਮਾਸ ਹੁੰਦਾ ਹੈਗਾ ਉਹ ਸੇਮ ਉਸੇ ਤਰ੍ਹਾਂ ਹੀ ਕੈਲਕੂਲੇਟ ਕੀਤਾ ਜਾਂਦਾ ਆ ਜਿੱਦਾਂ ਅਸੀਂ ਮੋਲੀਕੂਲਰ ਮਾਸ ਕੈਲਕੂਲੇਟ ਕੀਤਾ ਸੀ। ਸੋ ਐਗਜ਼ਾਮਪਲ ਆਪਾਂ ਲੈਂਦੇ ਆ ਜ਼ਿੰਕ ਆਕਸਾਈਡ ਦੀ। ਜ਼ਿੰਕ ਆਕਸਾਈਡ ਇੱਕ ਕੰਪਾਊਂਡ ਹੈਗਾ ਆ ਤੇ ਇਹਦੇ ਵਿੱਚ ਜਿਹੜੇ ਕੰਬਾਈਨਿੰਗ ਐਲੀਮੈਂਟਸ ਹੈਗੇ ਆ ਉਹ ਹੈਗਾ ਜ਼ਿੰਕ ਤੇ ਹੈਗਾ ਆਕਸੀਜਨ। ਹੁਣ ਅਸੀਂ ਇਹਨਾਂ ਦੇ ਕੀ ਲੈਣੇ ਹੈਗੇ ਆ, ਇੱਥੇ ਲਿਖਿਆ ਹੈਗਾ ਸਮ ਆਫ ਐਟੋਮਿਕ ਮਾਸਸ। ਸੋ ਆਪਾਂ ਜ਼ਿੰਕ ਤੇ ਆਕਸੀਜਨ ਦਾ ਜੋ ਵੀ ਐਟੋਮਿਕ ਮਾਸ ਹੈਗਾ ਆ ਉਹਨਾਂ ਨੂੰ ਕਰਨਾ ਹੈ ਐਡ। ਸੋ ਆਪਾਂ ਐਟੋਮਿਕ ਮਾਸ ਲੈ ਲਿਆ ਜ਼ਿੰਕ ਦਾ ਪਲੱਸ ਐਟੋਮਿਕ ਮਾਸ ਹੋ ਗਿਆ ਆਕਸੀਜਨ ਦਾ। ਹੁਣ ਇਹਦੇ ਵਿੱਚ ਜਿਹੜੇ ਨੰਬਰ ਆਫ ਐਟਮਸ ਦੋਨਾਂ ਦੇ ਇੱਕ ਇੱਕ ਹੈਗੇ ਆ। ਸੋ ਸਾਡੇ ਕੋਲ ਜ਼ਿੰਕ ਦਾ ਜਿਹੜਾ ਐਟੋਮਿਕ ਮਾਸ ਆ ਗਿਆ 65 ਯੂਨਿਟ, ਇਹ ਫਾਰਮੂਲਾ ਯੂਨਿਟ ਹੋ ਗਿਆ। ਦੈਨ ਅਸੀਂ ਆਕਸੀਜਨ ਦਾ ਲਿਆ 16 ਯੂਨਿਟ। ਇਹਨਾਂ ਦੋਨਾਂ ਨੂੰ ਐਡ ਅਪ ਕਰਕੇ ਸਾਨੂੰ ਕਿੰਨਾ ਆ ਗਿਆ 81 ਯੂਨਿਟ। ਇਸੇ ਤਰ੍ਹਾਂ ਅਸੀਂ ਫਾਰਮੂਲਾ ਯੂਨਿਟ ਮਾਸ ਕੈਲਕੂਲੇਟ ਕਰ ਸਕਦੇ ਹੈਗੇ। ਫਰਦਰ ਅਸੀਂ ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਹਾਂ ਬਲੈਕ ਬੋਰਡ ਦੇ ਉੱਤੇ। ਅਸੀਂ ਕੈਲਕੂਲੇਟ ਕਰਨਾ ਹੈਗਾ ਫਾਰਮੂਲਾ ਯੂਨਿਟ ਮਾਸ कैल्शियम क्लोराइड, ठीक है। हुण इहदे विच साडे कोल किहड़े आ गए एटम्स 2 आ गए, ठीक है। किहड़े आ गए, एक तो आ गया कैल्शियम हो गया कंबाइनिंग एलिमेंट उहदे नाल की हैगे क्लोरीन लगा हैगा। क्लोरीन दे नंबर ऑफ एटम्स कितने हैगे आ 2। तो साडे कोल की आ जाना हैगा इत्थे एटॉमिक मास किहदा लेना आपां सम लेना है एटॉमिक मास ऑफ कैल्शियम प्लस एटॉमिक मास ऑफ क्लोरीन। ਹੁਣ ਇੱਥੇ ਕਲੋਰੀਨ ਦੇ ਕਿੰਨੇ ਐਟਮਸ ਹੈਗੇ ਆ 2। ਸੋ ਅਸੀਂ ਕਲੋਰੀਨ ਦੇ ਐਟੋਮਿਕ ਮਾਸ ਨੂੰ ਕਿਹਨਾਂ ਮਲਟੀਪਲਾਈ ਕਰਨਾ ਆ 2 ਦੇ ਨਾਲ, ਠੀਕ ਹੈ। ਫਰਦਰ ਅਸੀਂ ਹੁਣ ਕੈਲਸ਼ੀਅਮ ਤੇ ਕਲੋਰੀਨ ਦਾ ਜਿਹੜਾ ਐਟੋਮਿਕ ਮਾਸ ਹੈਗਾ ਕੈਲਸ਼ੀਅਮ ਅਸੀਂ ਫੇਰ ਲਿਖ ਲੈਂਦੇ ਇੱਕ ਵਾਰ ਪਲੱਸ 2 ਟਾਈਮਸ ਐਟੋਮਿਕ ਮਾਸ ਆਫ ਕਲੋਰੀਨ। ਕੈਲਸ਼ੀਅਮ ਦਾ ਜੋ ਐਟੋਮਿਕ ਮਾਸ ਹੁੰਦਾ ਹੈਗਾ ਉਹ ਹੁੰਦਾ ਹੈਗਾ 40 ਤੇ क्लोरीन का जो एटॉमिक मास होता है वो होता 35.5, ठीक है। सो इन्होंने कैलकुलेट करना है 40 35.5 ਨੂੰ ਜਦੋਂ ਅਸੀਂ ਕਰਦੇ ਹਾਂ 2 ਨਾਲ ਮਲਟੀਪਲਾਈ ਹੋ ਜਾਂਦਾ ਹੈਗਾ
कैल्शियम ते क्लोरीन ने जो भी असी मास यूनिट कैलकुलेट किया सीगा असी चार्ट के उत्ते ही पढ़िया सीगा कि वो किहड़े च होने आ फॉर्मूला यूनिट दे विच होने हैगे। सो साडे को कैल्शियम क्लोराइड का जिहड़ा फॉर्मूला मास यूनिट हैगा वो कितना आ गया 111 फॉर्मूला यूनिट। इन्ना क्लीयर हो गया होगा ना। हुण असी अगे करते हैं। नैक्सट असी पढ़ना है मोल कंसैप्ट। नैक्सट असी करते हैं मोल कंसैप्ट। जिद्दां कि असी मॉलिक्यूलर मास पढ़िया सीगा ते हुण असी पढ़ना है मोल कंसैप्ट। मोल कंसैप्ट तो पहला असी एक एग्जांपल कर लेंगे। ठीक है, एग्जांपल मैं ले लैंदी हां वाटर मॉलिक्यूल दी कि वाटर मॉलिक्यूल दी किन्ना कि जदों असी 2 मोल्स ऑफ ले हैगे आ कह लो कि ਆਪਾਂ ਹਾਈਡਰੋਜਨ ਐਟਮ से 4 यूनिट ਲਏ ਹੈਗੇ ਆ ਉਹਨੂੰ ਜਦੋਂ ਆਕਸੀਜਨ ਦੇ 2 ਯੂਨਿਟਸ ਦੇ ਨਾਲ ਐਡ ਅਪ ਕੀਤਾ ਤਾਂ ਸਾਡੇ ਕੋਲ ਕੀ ਆਇਆ H2O 2H2O ਮੋਲੀਕਿਊਲ ਆਇਆ। ਹੁਣ ਇਹਨਾਂ ਦਾ ਜਿਹੜਾ ਮੋਲੀਕੂਲਰ ਮਾਸ ਤੇ ਜਿਹੜਾ ਐਟੋਮਿਕ ਮਾਸ ਸੀਗਾ ਉਹ ਕੈਲਕੂਲੇਟ ਕਰਨਾ ਸਾਨੂੰ ਆਉਂਦਾ ਹੈ। ਆਪਾਂ ਪਹਿਲੇ ਕੈਲਕੂਲੇਟ ਕਰ ਲਈਏ। ਹੁਣ ਇੱਥੇ ਹਾਈਡਰੋਜਨ ਦੇ ਕਿੰਨੇ ਐਟਮਸ ਹੈਗੇ 2 ਇਹ ਹੈ 2 ਇਹ ਹੈ ਟੋਟਲ ਹੋ ਗਏ 4 ਤੇ ਇਹਦਾ ਜਿਹੜਾ ਐਟੋਮਿਕ ਮਾਸ ਕਿੰਨਾ ਹੈਗਾ 1 यूनिट। ठीक है, प्लस ऑक्सीजन का होंदा है 16 देख लेते हैं नंबर ऑफ एटम्स है 2 तो टोटल कितना हो गया 4 प्लस 32 देन ए हो गया 36 यूनिट। इस तरह जो असं दूसरी साइड ये तो साढ़े को सीगा कि इन्नी क्वांटिटी दे विच असीं हाइड्रोजन लई आ इन्नी क्वांटिटी दे विच ऑक्सीजन आपां लई आ। सो असीं हाइड्रोजन कितनी क्वांटिटी दी लई हैगी आ 4 यूनिट दी लई हैगी ते उस तरह ऑक्सीजन कितने दी लई हैगी आ 32 एटॉमिक मास यूनिट दी लई सी। सो साडे को ओवरऑल जिहड़े हाइड्रोजन ते ऑक्सीजन दी कंबाइनिंग एटॉमिक मास कितना आ गया सी 36 यूनिट। लेकिन जब असीं किसी कंपाउंड की कैलकुलेट करते सी असीं फिर भी किद्दां कैलकुलेट करते हुंदे सीगे जिद्दां असीं मॉलिक्यूलर मास ते फॉर्मूला यूनिट मास कीता सीगा उसी तरह ही इन्हां दे एटॉमिक मासेस कैलकुलेट कर लेने हैं। सो ये भी किहदे इक्वल आ जाना कैलकुलेट करके इस तरह ही कैलकुलेट करना ये भी कितना आएगा 36 यूनिट। हुण फर्दर देखो इत्थे तां सीगे नंबर ऑफ एटम्स नंबर ऑफ मॉलिक्यूल्स सीगे साडे को कि हाइड्रोजन दे जिहड़े हैगे 4 एटम्स आए हैगे 4 एटम्स ने मिलके एक हाइड्रोजन का मॉलिक्यूल बनाया सी ते इत्थे ऑक्सीजन दे 2 एटम सीगे ते ऑक्सीजन दे 2 एटम्स ने मिलके एक मॉलिक्यूल बनाया सी। लेकिन ये जिहड़े 4 हैगे आ 32 हैगे आ जो भी असीं एटम्स ले हैगे आ वो की दसदे एक क्वांटिटी दसदे हैगे नंबर ऑफ एटम्स या नंबर ऑफ मॉलिक्यूल दसदे हैगे। इन्हां दे नंबर ऑफ एटम्स नूं ते नंबर ऑफ मॉलिक्यूल नूं एक सिंपल ही वर्ड दे विच कन्वर्ट कर दिता गया जिहदा नाम रखा गया मोल। ठीक है, देन मोल हुंदा की आ मोल जिहड़ी हुंदी हैगी आ वो हुंदी हैगी एक क्वांटिटी हुंदी हैगी आ जो एक नंबर दे विच हुंदी हैगी जिहदे विच असीं किसी भी एटम या मॉलिक्यूलर मास नूं रिप्रेजेंट करदे हैगे। सो एक ही हो गई इट इज द क्वांटिटी इन नंबर। ठीक है, एक ही हो गई मोल्स नंबर ऑफ एटम्स ते नंबर ऑफ मॉलिक्यूल्स की हो गई क्वांटिटी हो गई इन नंबर ते उन्हां नूं ही असीं कहंदे हैगे आ मोल। ठीक है, ते ये जो नंबर होना हैगा आ वो किहदे इक्वल होना है वो इक्वल होना हैगा आ जिन्ने भी उत्थे एटॉमिक मासेस होने हैगे या मॉलिक्यूलर मास होना हैगा। अगर साडे को मॉलिक्यूल हैगा दैन मॉलिक्यूलर मास दे इक्वल होना, अगर एटम्स हैगे आ दैन एटम दे मास दे इक्वल होना। सो मोल की हुंदा है मोल जिहड़ा हुंदा हैगा आ एक क्वांटिटी हुंदी है जिहनूं नंबर दे विच रिप्रेजेंट कीता जांदा हैगा आ ते ओह जिहड़ी क्वांटिटी हुंदी हैगी नंबर दे विच ओह इक्वल हुंदी है जो भी सबस्टांस असीं लैंदे आ ओहदे विच जे अगर एटम्स या मॉलिक्यूलर मास जो भी उन्हां दा हुंदा हैगा उन्हां दे इक्वल हुंदी है। हुण गल आंदी हैगी आ कि मोल जिहड़े हैगे आ ओह ज़्यादा भी हो सकदे हैगे आ ते जदों मोल्स नंबर ऑफ मोल्स जिहड़े हुंदे आ ओह आपां नंबर ऑफ क्वांटिटी नूं दसदे हैगे कि साडे को किन्ने पार्टिकल्स है किन्ने एटम्स हैगे आ ते किन्ने मॉलिक्यूल्स हैगे आ उन्हां सारिਆਂ ਦਾ ਜਿਹੜਾ मास सीगा ਉਹ एक पर्टिकुलर क्वांटिटी ਨੂੰ ਸਾਨੂੰ ਦੱਸਦਾ ਸੀਗਾ। लेकिन किते ना किते जाके साइंटिस्ट ने की किया कि ये जिहड़ी क्वांटिटी सीगी इहनूं कर दित्ता फिक्स। ठीक है,
ਇਹ ਜਿਹੜੀ ਫਿਕਸਡ ਕੁਆਂਟੀਟੀ ਹੋ ਗਈ ਕਿ ਜਦੋਂ ਅਸੀਂ ਇਹ ਕੁਆਂਟੀਟੀ ਜਿਹੜੀ ਹੈਗੀ ਆ ਫਿਕਸ ਕਰ ਦਿੱਤੀ, ਦੈਨ ਜੋ ਫਿਕਸ ਨੰਬਰ ਆਫ ਕੁਆਂਟੀਟੀ ਹੋ ਗਈ ਉਹਨੂੰ ਇੱਕ ਨਾਮ ਦਿੱਤਾ ਗਿਆ ਐਵੋਗੈਡਰੋ ਨੰਬਰ। ਸੋ ਸਾਡਾ ਨੈਕਸਟ ਟੌਪਿਕ ਕੀ ਹੈਗਾ ਆ, ਐਵੋਗੈਡਰੋ ਨੰਬਰ ਕੀ ਹੁੰਦਾ ਹੈ। ਠੀਕ ਆ, ਜਿੱਦਾਂ ਕਿ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਉਹਨਾਂ ਨੇ ਕੀ ਕੀਤਾ ਸੀਗਾ, ਜੋ ਨੰਬਰ ਆਫ ਕੁਆਂਟੀਟੀ ਸੀਗੀ ਕਿ ਜਿਹੜੇ ਅਸੀਂ ਮੋਲਸ ਨੂੰ ਨੰਬਰ ਆਫ ਕੁਆਂਟੀਟੀ ਦੇ ਵਿੱਚ ਰਿਪਰੈਜ਼ੈਂਟ ਕਰਦੇ ਸੀਗੇ, ਉਹਨਾਂ ਨੂੰ ਕਰ ਦਿੱਤਾ ਫਿਕਸ, ਤੇ ਉਹਨਾਂ ਦੇ ਅਕੋਰਡਿੰਗ ਇੱਕ ਮੋਲ ਦੇ ਵਿੱਚ ਜਿਹੜੇ ਹੁੰਦੇ ਹੈਗੇ ਆ ਉਹ ਫਿਕਸ ਕਰਕੇ ਉਹਨਾਂ ਨੇ ਰੱਖਦੇ 6.22 into 10 raised to power 23 ਪਾਰਟੀਕਲਸ। ਇਹ ਕੀ ਹੋ ਗਏ, ਇਹ ਹੋ ਗਿਆ ਇੱਕ ਨੰਬਰ। ਉਹਨਾਂ ਨੇ ਸਾਰੀ ਗੱਲ ਇੱਥੇ ਮੁਕਾ ਦਿੱਤੀ ਕਿ ਜਿਹੜਾ ਇੱਕ ਮੋਲ ਹੈਗਾ ਆ ਉਹ ਇੰਨੇ ਨੰਬਰ ਦੇ ਬਰਾਬਰ ਹੋਊਗਾ। ਜੇ ਅਸੀਂ ਗੱਲ ਕਰੀਏ ਹਾਈਡਰੋਜਨ ਦੀ, ਠੀਕ ਹੈ, ਹਾਈਡਰੋਜਨ ਜੋ ਹੁੰਦਾ ਹੈਗਾ ਆ, ਹਾਈਡਰੋਜਨ ਦਾ ਸਾਨੂੰ ਪਤਾ ਕਿ ਉਹਦਾ ਐਟੋਮਿਕ ਮਾਸ ਕਿੰਨਾ ਹੁੰਦਾ, 1 ਯੂਨਿਟ ਦਾ ਐਟੋਮਿਕ ਮਾਸ ਹੁੰਦਾ ਹੈਗਾ ਹੈ। ਤੇ ਅਸੀਂ ਪਿੱਛੇ ਕੀਤਾ ਸੀ, ਹੁਣ ਇਹਦੇ ਵਿੱਚ ਹਾਈਡਰੋਜਨ ਦਾ 1 ਯੂਨਿਟ ਦਾ ਮਾਸ ਹੀ ਕੀ ਬਣਾਊਗਾ, ਇੱਕ ਮੋਲੀਕਿਊਲ ਬਣਾਊਗਾ। ਇਹ ਕਹਿ ਲਓ ਕਿ ਇੱਕ ਮੋਲ ਜਿਹੜਾ ਹੋਣਾ ਹੈਗਾ ਹਾਈਡਰੋਜਨ ਦਾ ਉਹ ਕਿਹਦੇ ਬਰਾਬਰ ਹੋਣਾ ਹੈਗਾ ਆ, 1 ਯੂਨਿਟ ਦੇ। ਹੁਣ ਇਸ 1 ਯੂਨਿਟ ਦੇ ਵਿੱਚ ਕਿੰਨੇ ਪਾਰਟੀਕਲਸ ਹੋਣਗੇ, 6.22 into 10 raised to power 23 ਪਾਰਟੀਕਲਸ ਹੋਣਗੇ। ਸੋ ਇੱਕ ਮੋਲ ਆਫ ਹਾਈਡਰੋਜਨ ਦੀ ਵੈਲਿਊ ਫਿਕਸ ਕਰ ਦਿੱਤੀ ਕਿ ਹਾਈਡਰੋਜਨ ਦੇ ਇੱਕ ਮੋਲ ਦੇ ਵਿੱਚ ਇੰਨੇ ਪਾਰਟੀਕਲਸ ਹੋਣੇ ਹਨ। ਠੀਕ ਹੈ, ਦੈਨ ਫਰਦਰ ਅਸੀਂ ਨੈਕਸਟ ਐਗਜ਼ਾਮਪਲ ਲੈਂਦੇ ਹਾਂ ਆਕਸੀਜਨ ਦੀ। ਹੁਣ ਸਾਨੂੰ ਪਤਾ ਕਿ ਆਕਸੀਜਨ ਦੇ ਜਿਹੜੇ ਹੈਗੇ ਦੋ ਐਟਮਸ ਮਿਲ ਕੇ ਇੱਕ ਮੋਲੀਕੂਲ ਬਣਾਉਂਦੇ ਹੈਗੇ। ਦੈਟ ਮੀਨਸ ਕਿ ਸਾਡੇ ਕੋਲ ਆਕਸੀਜਨ ਦਾ ਕੀ ਵੈਲਿਊ ਹੋ ਜਾਣੀ ਹੈ ਕਿ ਜੋ ਵੀ ਇਹਦਾ ਐਟੋਮਿਕ ਮਾਸ ਹੁੰਦਾ 16 ਹੁੰਦਾ ਹੈਗਾ। ਦੈਨ ਜਦੋਂ ਅਸੀਂ ਜੇ ਦੋ ਐਟਮਸ ਨੇ ਮਿਲ ਕੇ ਇੱਕ ਮੋਲੀਕੂਲ ਬਣਾਇਆ, ਦੈਨ ਇਹ ਹੋ ਗਿਆ 32 ਯੂਨਿਟ ਦੇ ਬਰਾਬਰ ਹੋ ਗਿਆ। ਹੁਣ ਇਹ ਇੱਕ ਮੋਲੀਕੂਲ ਬਣ ਚੁੱਕੇ ਹੈਗੇ, ਦੈਨ ਇਹ ਕੀ ਹੋਗੀ, ਇਹਦੀ ਵੀ ਫਿਕਸ ਵੈਲਿਊ ਹੋਗੀ ਇੰਨੀ। ਠੀਕ ਆ, ਕਿ ਜਦੋਂ ਅਸੀਂ ਆਕਸੀਜਨ ਦਾ ਇੱਕ ਮੋਲੀਕੂਲ ਲੈਂਦੇ ਹੈਗੇ ਦੈਨ ਉਹਦੇ 'ਚ ਵੀ ਇੰਨੇ ਪਾਰਟੀਕਲਸ ਹੋਣਗੇ। ਲੇਕਿਨ ਅਗਰ ਅਸੀਂ ਸਿੰਗਲ ਐਟਮ ਦੀ ਗੱਲ ਕਰੀਏ ਤਾਂ ਉਹ ਹੋਊਗਾ 16 ਯੂਨਿਟ, ਦੈਨ ਉਸ ਵੇਲੇ ਇਹ ਵੀ ਉਹਦੇ ਹੀ ਬਰਾਬਰ ਹੋਊਗਾ। ਇਸੇ ਤਰ੍ਹਾਂ ਹੀ ਜਿਹੜੀਆਂ ਫਿਕਸਡ ਵੈਲਿਊ ਹੁੰਦੀਆਂ ਸੀਗੀਆਂ, ਅਗਰ ਅਸੀਂ ਨਾਈਟ੍ਰੋਜਨ ਦੀ ਲਈਏ ਤਾਂ ਨਾਈਟ੍ਰੋਜਨ ਦੀ ਹੁੰਦੀ ਹੈਗੀ 14 ਯੂਨਿਟ, ਦੈਨ ਉਹਦੇ ਵੀ ਹੋਣਗੇ 14 ਯੂਨਿਟ ਜਿਹੜਾ ਹੋਊਗਾ ਉਹਦੇ ਵੀ ਇੰਨੇ ਨੰਬਰ ਆਫ ਪਾਰਟੀਕਲਸ ਹੋਣਗੇ 14 ਐਟਮਸ ਦੇ ਮਿਲ ਕੇ। ਜੋ 14 ਗ੍ਰਾਮ ਦਾ ਉਹਦਾ ਐਟੋਮਿਕ ਮਾਸ ਯੂਨਿਟ ਸੀਗਾ, ਉਹਨਾਂ ਨੇ ਇੰਨੀ ਕੁਆਂਟੀਟੀ ਰੱਖੀ ਹੈਗੀ ਆ। ਦੈਨ ਐਵੋਗੈਡਰੋ ਨੰਬਰ ਨੂੰ ਇੱਕ ਯੂਨਿਟ ਨਾਲ ਡਿਨੋਟ ਕੀਤਾ ਜਾਂਦਾ, ਉਹਨੂੰ ਕਿਹਾ ਜਾਂਦਾ ਹੈ n ਨੋਟ। ਸੋ ਇਸ n ਨੋਟ ਨੂੰ ਆਪਾਂ ਕਹਿੰਦੇ ਆ ਐਵੋਗੈਡਰੋ ਨੰਬਰ। ਇਹ ਤਾਂ ਹੋ ਗਈ ਕਿ ਜਦੋਂ ਅਸੀਂ ਕੁਆਂਟੀਟੀਜ਼ ਨੂੰ ਨੰਬਰ ਦੇ ਵਿੱਚ ਰਿਪਰੈਜ਼ੈਂਟ ਕਰਦੇ ਹੈਗੇ ਆ, ਉਹਦਾ ਬਣਦਾ ਹੈਗਾ ਮੋਲ, ਤੇ ਉਸ ਮੋਲ ਦੇ ਵਿੱਚ ਫਿਕਸ ਨੰਬਰ ਆਫ ਪਾਰਟੀਕਲਸ ਹੁੰਦੇ ਹੈਗੇ। ਇਹ ਕਹਿ ਲਓ ਕਿ ਫਿਕਸ ਨੰਬਰਿੰਗ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਐਵੋਗੈਡਰੋ ਨੰਬਰ ਕਹਿੰਦੇ ਹੈਗੇ, ਜੋ ਕਿ ਕਿਹਦੇ ਇਕੁਅਲ ਹੁੰਦੀ ਹੈਗੀ 6.022 into 10 raised to power 23 ਦੇ ਇਕੁਅਲ ਹੈ। ਨੈਕਸਟ ਗੱਲ ਆਉਂਦੀ ਕਿ ਉਹਨਾਂ ਨੇ ਕੀ ਕੀਤਾ ਕਿ ਜੇ ਅਸੀਂ ਨੰਬਰ ਆਫ ਕੁਆਂਟੀਟੀ ਚੇਂਜ ਕਰ ਦਿੱਤੀ ਹੈਗੀ ਆ, ਦੈਨ ਜੋ ਯੂਨਿਟ ਸੀਗੀ, ਯੂਨਿਟ ਆਪਾਂ ਲੈਂਦੇ ਸੀ ਨਾ ਐਟੋਮਿਕ ਮਾਸ ਯੂਨਿਟ ਯੂ, ਉਹ ਯੂਨਿਟ ਵੀ ਚੇਂਜ ਉਹਨਾਂ ਨੇ ਕਰਕੇ ਕਰ ਦਿੱਤੀ ਗ੍ਰਾਮ ਦੇ ਵਿੱਚ, ਕਿ ਅਸੀਂ ਜੋ ਵੀ ਮੋਲਸ ਲੈਣੇ ਹੈਗੇ ਆ ਉਹਨਾਂ ਦੀ ਵੈਲਿਊ ਅਸੀਂ ਮੇਜਰ ਕਰਨੀ ਗ੍ਰਾਮ ਦੇ ਵਿੱਚ। ਉਹਦੇ ਹੀ ਬੇਸਿਸ ਦੇ ਉੱਤੇ ਉਹਨਾਂ ਨੇ ਗ੍ਰਾਮ ਐਟੋਮਿਕ ਮਾਸ ਤੇ ਗ੍ਰਾਮ ਮੋਲੀਕੂਲਰ ਮਾਸ ਆਪਾਂ ਕੀਤਾ ਸੀ। ਠੀਕ ਆ, ਹੁਣ ਆਪਾਂ ਕਰਨ ਲੱਗੇ ਆ ਉਹਨਾਂ ਦੀ ਡੈਫੀਨੇਸ਼ਨ। ਸਾਡੇ ਕੋਲ ਆਉਂਦਾ ਹੈਗਾ ਕਿ ਪਹਿਲੇ ਆਉਂਦਾ ਹੈ ਗ੍ਰਾਮ ਐਟੋਮਿਕ ਮਾਸ ਤੇ ਗ੍ਰਾਮ ਮੋਲੀਕੂਲਰ ਮਾਸ ਹੁੰਦਾ ਕੀ ਹੈ। ਗ੍ਰਾਮ ਐਟੋਮਿਕ ਮਾਸ ਜੋ ਹੁੰਦਾ ਹੈਗਾ ਇਹ ਕਿਸੇ ਵੀ ਸਬਸਟੈਂਸ ਦੀ ਅਮਾਉਂਟ ਹੁੰਦੀ ਆ ਜਿਹਦਾ ਮਾਸ ਕਿਹਦੇ ਵਿੱਚ ਲਿਆ ਜਾਂਦਾ, ਗ੍ਰਾਮ ਦੇ ਵਿੱਚ ਲਿਆ ਜਾਂਦਾ, ਤੇ ਜਦੋਂ ਉਹ ਮਾਸ ਜਿਹੜਾ ਹੈਗਾ ਆ ਉਹਦੇ ਹੀ ਐਟੋਮਿਕ ਮਾਸ ਦੇ ਇਕੁਅਲ ਹੋਣਾ ਇਨ ਗ੍ਰਾਮਸ ਦੇ ਵਿੱਚ, ਜਦੋਂ ਉਹਦੇ ਐਟੋਮਿਕ ਮਾਸ ਦੇ ਇਕੁਅਲ ਹੋਣਾ ਹੈਗਾ ਦੈਨ ਉਹ ਕਹਿਲਾਣਾ ਗ੍ਰਾਮ ਐਟੋਮਿਕ ਮਾਸ। ਠੀਕ ਆ, ਉਸੇ ਤਰ੍ਹਾਂ ਹੀ ਜਿਹੜਾ ਗ੍ਰਾਮ ਮੋਲੀਕੂਲਰ ਮਾਸ ਜਿਹੜਾ ਹੁੰਦਾ ਆ ਉਹ ਕਿ ਉਹਦੇ 'ਚ ਕੀ ਹੁੰਦਾ ਹੈਗਾ ਕਿ ਜਿਹੜਾ ਮਾਸ ਹੁੰਦਾ ਹੈਗਾ ਉਹ ਗ੍ਰਾਮਸ ਦੇ ਵਿੱਚ ਲਿਆ ਜਾਂਦਾ, ਲੇਕਿਨ ਉਹ ਜਿਹੜਾ ਮਾਸ ਹੁੰਦਾ ਕਿਹਦੇ ਇਕੁਅਲ ਹੁੰਦਾ ਹੈਗਾ, ਉਸੇ ਹੀ ਸਬਸਟੈਂਸ ਦੇ ਮੋਲੀਕੂਲਰ ਮਾਸ ਦੇ ਇਕੁਅਲ ਹੋਣਾ। ਦੈਟ ਮੀਨਸ ਕਿ ਜਦੋਂ ਅਸੀਂ ਐਟੋਮਿਕ ਮਾਸ ਤੇ ਮੋਲੀਕੂਲਰ ਮਾਸ ਨੂੰ ਗ੍ਰਾਮ ਦੇ ਵਿੱਚ ਮੇਜਰ ਕਰਦੇ ਹਾਂ, ਉਹ ਸਾਡਾ ਬਣ ਜਾਂਦਾ ਗ੍ਰਾਮ ਐਟੋਮਿਕ ਮਾਸ ਐਂਡ ਗ੍ਰਾਮ ਮੋਲੀਕੂਲਰ ਮਾਸ।
ਹੋਪ ਤੁਹਾਨੂੰ ਇੰਨਾ ਸਮਝ ਆ ਗਿਆ ਹੋਣਾ। ਫਰਦਰ ਅਸੀਂ ਇਹਨਾਂ ਦੀ ਐਗਜ਼ਾਮਪਲ ਕਰਦੇ ਹਾਂ ਵਿਦ ਨੂਮੈਰੀਕਲ। ਅਸੀਂ ਹੁਣ ਥੋੜੀ ਦੇਰ ਪਹਿਲੇ ਹੀ ਪੜਿਆ ਸੀਗਾ ਕਿ ਗ੍ਰਾਮ ਮੋਲੀਕੂਲਰ ਮਾਸ ਕੀ ਹੁੰਦਾ ਤੇ ਗ੍ਰਾਮ ਐਟੋਮਿਕ ਮਾਸ ਕੀ ਹੁੰਦਾ ਹੈ। ਇਹਨਾਂ ਨੂੰ ਸਿੰਪਲੀ ਅਸੀਂ ਮੋਲਰ ਮਾਸ ਵੀ ਕਹਿੰਦੇ ਹਾਂ। ਹੁਣ ਅਸੀਂ ਇੱਕ ਨੂਮੈਰੀਕਲ ਕਰ ਲੈਂਦੇ ਹੈਗੇ ਆ, ਜੋ ਕਿ ਮੈਂ ਲਿਖਿਆ ਹੋਇਆ ਕਿ ਅਸੀਂ ਕੈਲਕੂਲੇਟ ਕਰਨੇ ਹੈਗੇ ਨੰਬਰ ਆਫ ਮੋਲਸ ਕਿਹਦੇ 52 ਗ੍ਰਾਮਸ ਆਫ ਹੀਲੀਅਮ ਐਟਮ। ਦੈਨ ਉਸ ਤੋਂ ਬਾਅਦ ਜਿਹੜੇ ਨੰਬਰ ਆਫ ਪਾਰਟੀਕਲਸ ਦਿੱਤੇ ਗਏ ਹੈਗੇ ਆ, ਦੈਨ ਉਹਦੇ ਵੀ ਅਸੀਂ ਨੰਬਰ ਆਫ ਮੋਲਸ ਕੈਲਕੂਲੇਟ ਕਰਨੇ। ਇਹਦੇ ਲਈ ਸਾਨੂੰ ਕੀ ਹੁੰਦਾ ਕਿ ਅਸੀਂ ਜਦੋਂ ਵੀ ਨੂਮੈਰੀਕਲ ਆਪਾਂ ਕਰਦੇ ਹੈਗੇ, ਜੋ ਜੋ ਚੀਜ਼ਾਂ ਸਾਨੂੰ ਗਿਵਨ ਹੁੰਦੀਆਂ ਆਪਾਂ ਉਹਨਾਂ ਨੂੰ ਲਿਖ ਲੈਂਦੇ ਹਾਂ। ਸਭ ਤੋਂ ਪਹਿਲੇ ਅਸੀਂ ਜਿਹੜੇ ਨੰਬਰ ਆਫ ਮੋਲਸ ਹੁੰਦੇ ਹੈਗੇ ਉਹਨਾਂ ਨੂੰ ਅਸੀਂ ਲੈਣੇ ਸਮਾਲ n। ਜੋ ਵੀ ਸਾਨੂੰ ਮਾਸ ਗਿਵਨ ਹੁੰਦਾ ਉਹਨੂੰ ਅਸੀਂ ਡਿਨੋਟ ਕਰਦੇ ਹਾਂ ਸਮਾਲ m ਨਾਲ। ਦੈਨ ਜੋ ਮੋਲੀਕੂਲਰ ਮਾਸ ਜਾਂ ਮੋਲ ਮਾਸ ਹੁੰਦਾ ਹੈਗਾ, ਮੋਲਰ ਮਾਸ ਹੁੰਦਾ ਹੈਗਾ, ਉਹਨੂੰ ਅਸੀਂ ਕੈਪੀਟਲ M ਨਾਲ ਡਿਨੋਟ ਕਰਦੇ ਹਾਂ। ਜਿੰਨੇ ਵੀ ਨੰਬਰ ਆਫ ਪਾਰਟੀਕਲਸ ਹੁੰਦੇ ਹੈਗੇ ਆ ਉਹਨਾਂ ਨੂੰ ਅਸੀਂ ਡਿਨੋਟ ਕਰਦੇ ਕੈਪੀਟਲ N ਦੇ ਨਾਲ। ਦੈਨ ਐਵੋਗੈਡਰੋ ਨੰਬਰ ਆਪਾਂ ਪਹਿਲਾਂ ਕੀਤਾ ਸੀਗਾ ਕਿ ਐਵੋਗੈਡਰੋ ਨੰਬਰ ਨੂੰ ਅਸੀਂ N ਨੋਟ ਨਾਲ ਡਿਨੋਟ ਕਰਦੇ ਹਾਂ। ਸੋ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 52 ਗ੍ਰਾਮਸ ਆਫ ਹੀਲੀਅਮ ਐਟਮ। ਹੀਲੀਅਮ ਐਟਮ ਦੀ ਗੱਲ ਹੋਈ ਹੈਗੀ ਤਾਂ ਹੀਲੀਅਮ ਐਟਮ ਜਿਹੜਾ ਹੈਗਾ ਆ ਉਹਦਾ ਐਟੋਮਿਕ ਮਾਸ ਕਿੰਨਾ ਹੋ ਗਿਆ? ਐਟੋਮਿਕ ਮਾਸ ਉਹਦਾ ਹੋ ਗਿਆ 4 ਯੂਨਿਟ। ਇਹਦਾ ਮਤਲਬ ਕਿ ਜੇ ਅਸੀਂ ਇਹਨੂੰ ਗ੍ਰਾਮ ਮੋਲੀਕੂਲਰ ਮਾਸ ਦੇ ਵਿੱਚ ਲੈਣਾ, ਕਿਉਂਕਿ ਅਸੀਂ ਮੋਲਰ ਮਾਸ ਕੈਲਕੂਲੇਟ ਕਰਨਾ ਹੈ, ਦੈਨ ਇਹਦਾ ਜਿਹੜਾ ਹੀਲੀਅਮ ਐਟਮ ਦਾ ਜਿਹੜਾ ਮਾਸ ਹੋ ਗਿਆ ਉਹ ਕਿੰਨਾ ਹੋ ਗਿਆ 4 ਗ੍ਰਾਮ। ਠੀਕ ਹੈ, ਬਟ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਕਿੰਨਾ ਹੈਗਾ 52। ਸੋ n ਆਪਾਂ ਕੀ ਕਰਨਾ ਨੰਬਰ ਆਫ ਮੋਲਸ, ਕਿਉਂਕਿ ਅਸੀਂ ਨੰਬਰ ਆਫ ਮੋਲਸ ਹੀ ਕੈਲਕੂਲੇਟ ਕਰਨੇ ਆ। ਦੈਨ n ਕੀ ਹੋ ਗਿਆ ਜਿੰਨਾ ਸਾਨੂੰ ਮਾਸ ਗਿਵਨ, ਠੀਕ ਆ, ਓਵਰ ਜਿੰਨਾ ਉਹਦਾ ਮਾਸ ਹੈਗਾ। ਠੀਕ ਆ, ਦੈਨ ਗਿਵਨ ਮਾਸ ਸਾਡੇ ਕੋਲ ਹੈਗਾ 52 ਗ੍ਰਾਮ। ਦੈਨ ਹੀਲੀਅਮ ਦਾ ਜੋ ਵੀ ਮੋਲਰ ਮਾਸ ਹੈਗਾ ਉਹ ਸਾਡੇ ਕੋਲ ਕਿੰਨਾ ਹੈਗਾ 4 ਗ੍ਰਾਮ। ਜਦੋਂ ਇਹਨੂੰ ਅਸੀਂ ਕੱਟ ਕਰ ਦਿੰਦੇ, ਕੱਟ ਕਰਕੇ ਆ ਜਾਂਦਾ 7 ਤੋਂ 30। ਇਹਦਾ ਮਤਲਬ ਕਿ 52 ਗ੍ਰਾਮ ਦੇ ਵਿੱਚ ਨੰਬਰ ਆਫ ਮੋਲ ਕਿੰਨੇ ਸੀਗੇ 30। ਫਰਦਰ ਅਸੀਂ ਗੱਲ ਕਰਦੇ ਹਾਂ ਕਿ ਹੁਣ ਨੰਬਰ ਆਫ ਐਟਮਸ ਜਿਹੜੇ ਹੈਗੇ ਹੀਲੀਅਮ ਐਟਮਸ ਹੈਗੇ ਆ ਉਹਦੇ 12.044 × 10⁻23 ਦੇ ਵਿੱਚ ਕਿੰਨੇ ਨੰਬਰ ਆਫ ਮੋਲਸ ਹੈਗੇ ਆ। ਠੀਕ ਆ, ਹੁਣ ਸਾਨੂੰ ਪਤਾ ਕਿ ਇੱਕ ਮੋਲ ਜਿਹੜਾ ਹੁੰਦਾ ਉਹਦੇ ਇੱਕ ਫਿਕਸ ਵੈਲਿਊ ਹੈਗੀ, ਉਹ ਕਿੰਨੀ ਹੁੰਦੀ ਹੈ 0.622 × 23 ਇੰਨੀ ਹੁੰਦੀ ਹੈ। ਇਹ ਨੰਬਰ ਹੁੰਦੇ ਹੈਗੇ, ਸਿੰਪਲ ਲਿਖ ਲਓ ਇੱਥੇ ਨੰਬਰ ਆਫ ਪਾਰਟੀਕਲਸ ਜਾਂ ਨੰਬਰ ਹੁੰਦੀ ਹੈ। ਲੇਕਿਨ ਸਾਨੂੰ ਗਿਵਨ ਕਿੰਨੀ ਹੈਗੀ ਵੈਲਿਊ 12.044 × 10⁻23। ਅਸੀਂ ਕੈਲਕੂਲੇਟ ਕੀ ਕਰਨਾ ਨੰਬਰ ਆਫ ਮੋਲਸ, ਅਸੀਂ ਐਸੇ ਜੋ ਸਾਡੀ ਗਿਵਨ ਵੈਲਿਊ ਸੀਗੀ ਉਹ ਓਵਰ ਜੋ ਸਾਡੀ ਵੈਲਿਊ ਹੈਗੀ ਹੈ। ਇਹ ਕੀ ਹੁੰਦਾ ਐਵੋਗੈਡਰੋ ਨੰਬਰ ਹੁੰਦਾ ਹੈ। ਸੋ ਐਵੋਗੈਡਰੋ ਨੰਬਰ ਇੱਥੇ ਆ ਜਾਣਾ। ਸੋ ਸਾਡੇ ਕੋਲ ਗਿਵਨ ਨੰਬਰ ਕਿੰਨੇ ਹੈਗੇ 12.44 × 10⁻23 ਓਵਰ ਜੋ ਵੀ ਇਹਦੀ ਵੈਲਿਊ ਹੈਗੀ ਐਵੋਗੈਡਰੋ ਨੰਬਰ ਦੀ। ਇਹਦੇ ਨਾਲ ਇਹ ਕੈਂਸਲ ਹੋ ਗਿਆ ਕਿ ਇਹ 2 ਤੇ ਜਾਂਦਾ ਹੈਗਾ। ਸੋ ਸਾਡਾ ਕਿੰਨਾ ਆ ਗਿਆ 2। ਇਹਦਾ ਮਤਲਬ ਕਿ 12.044 × 10⁻23 ਨੰਬਰ ਆਫ ਹੀਲੀਅਮ ਐਟਮਸ ਦੇ ਵਿੱਚ ਕਿੰਨੇ ਨੰਬਰ ਆਫ ਮੋਲ ਸੀਗੇ 2 ਸੀ। ਹੋਪ ਤੁਹਾਨੂੰ ਇੰਨਾ ਕਨਸੈਪਟ ਸਮਝ ਆ ਗਿਆ ਹੋਣਾ। ਤੁਹਾਨੂੰ ਮੋਲੀਕੂਲਰ ਮਾਸ ਕਿੱਦਾਂ ਕੈਲਕੂਲੇਟ ਕਰਦੇ ਆ, ਫਾਰਮੂਲਾ ਯੂਨਿਟ ਮਾਸ ਕਿੱਦਾਂ ਕੈਲਕੂਲੇਟ ਕਰਦੇ ਆ, ਤੇ ਕਿਸੇ ਵੀ ਚੀਜ਼ ਦੇ ਨੰਬਰ ਆਫ ਮੋਲੀਕੂਲਸ ਆਪਾਂ ਕਿੱਦਾਂ ਕੈਲਕੂਲੇਟ ਕਰੀਦੇ ਆ, ਤੁਹਾਨੂੰ ਸਮਝ ਆ ਗਿਆ ਹੋਣਾ। ਦੈਨ ਫਰਦਰ ਇਹਦੇ ਜੋ